ਨਦੀਮ ਸਾਹਿਬ ਕੀ ਹਾਲ ਠੀਕ ਠਾਕ ਹੋ? ਸ਼ੁਕਰ ਹੈ ਅੱਲਾ ਦਾ। ਤੇ ਮਾਸ਼ਾਅੱਲਾ ਪੂਰੇ ਚਮਕਾ ਮਾਰੇ ਜੀ ਡਿਲਕਸ। ਬਸ ਜੀ ਅੱਲਾ ਦਾ ਕਰਮ ਹੈ ਜੀ। ਕੰਪਨੀਆਂ ਹੁਣ ਗਾਹ ਹੋ ਗਏ ਤੁਸੀਂ ਮਾਸ਼ਾਅੱਲਾ ਇਹ ਡਿਲਕਸ ਤਿਆਰ ਕੀਤੇ ਨੇ ਤੇ ਜ਼ਿਮੀਦਾਰ ਕਿੱਥੋਂ ਦਾ ਕਿਹੜਾ ਸ਼ੌਕੀਆ ਬੰਦਾ? ਆ ਬੰਦਾ ਜਾਪਾਨ ਦਾ ਹੈ ਤੇ ਉਹਨੇ ਤਿਆਰ ਕਰਵਾਏ ਹੈ ਤੇ ਉਹਨੇ ਟਰੈਕਟਰ ਭੇਜ ਦਿੱਤੇ ਸੀ ਤੇ ਆ ਤੁਸੀਂ ਤਿਆਰ ਕਰ ਦਿਓ ਤੇ ਅਸੀਂ ਤਿਆਰ ਕਰ ਦਿੱਤੇ। ਠੀਕ ਹੋ ਗਿਆ। ਤੇ ਇਹ ਦੋਵੇਂ ਟਰੈਕਟਰ ਕਿੰਨੇ ਮਾਡਲ ਹੈ ਜੀ? ਆ ਇੱਕ 16 ਮਾਡਲ ਇੱਕ 17 ਮਾਡਲ। ਇੱਕ 16 ਇੱਕ 17। ਤੇ ਦੋਵਾਂ ਨੂੰ ਬਿਲਕੁਲ ਇੱਕੋ ਤਰ੍ਹਾਂ ਦਾ ਤਿਆਰ। ਇੱਕੋ ਤਰ੍ਹਾਂ ਦਾ ਜ਼ੀਰੋ ਹੋਇਆ ਜੀ। ਅੱਛਾ ਤੇ ਕਿਹੜੀ ਕਿਹੜੀ ਚੀਜ਼ ਨਵੀਂ ਪਾਈ ਇਹਦੇ ਵਿੱਚ? ਇਹਨਾਂ ਦੇ ਵਿੱਚ ਸਾਰਾ ਕੁਝ ਹੀ ਚੈੱਕ ਕੀਤਾ ਜੀ, ਅਗਲੇ ਹਿੱਸੇ ਤੋਂ ਲੈ ਕੇ ਪਿੱਛੋਂ ਤੱਕ ਹਰ ਚੀਜ਼ ਚੈੱਕ ਕੀਤੀ ਹੈ। ਜਿਹੜੀ ਜਿਹੜੀ ਚੀਜ਼ ਪੈਣ ਵਾਲੀ ਸੀ ਉਹ ਪਾ ਦਿੱਤੀ ਹੈ। ਸ਼ੋ ਵੀ ਨਵੀਂ ਪਾਈ ਹੈ, ਮਰਗਾੜ ਵੀ ਨਵੇਂ ਪਾਏ ਹੈ, ਸਪੇਸਰ ਵਿੱਚ ਪਾਇਆ, ਟਾਇਰ ਨਵੇਂ ਪਾਏ ਆ, ਅਗਲੀਆਂ ਹੱਬਾ ਪਾਈ ਹੈ, ਹੋਰ ਜਿਹੜਾ ਜਿਹੜਾ ਕੰਮ ਹੈ ਐਂਡ ਜੈਕ ਜੋ ਜੋ ਚੀਜ਼ ਖਰਾਬ ਸੀ ਨਾ ਉਹ ਪੁਰਾਣੀ ਲਾ ਦਿੱਤੀ ਹੈ ਤੇ ਨਵੀਂ ਪਾ ਦਿੱਤੀ ਹੈ। ਅੱਛਾ ਇੱਕ ਤੁਹਾਡੇ ਕੋਲ ਰਾਨੀ 80s ਵੀ ਆਇਆ ਸੀ, ਉਹ ਤਿਆਰ ਹੋ ਕੇ ਚਲਾ ਗਿਆ ਹੋਇਆ। ਉਹ ਚਲਾ ਗਿਆ। ਉਹ ਚਲਾ ਗਿਆ। ਮਾਲਕ ਕੀ ਕਹਿੰਦਾ ਫਿਰ? ਉਹ ਖੁਸ਼ ਹੋਇਆ ਕੰਮ? ਮਾਲਕ ਮਾਸ਼ਾਅੱਲਾ ਖੁਸ਼ ਹੈ। ਉਹ ਸਗੋਂ ਮੈਨੂੰ ਇੱਕ ਦਿਨ ਟੈਲੀਫੋਨ ਆਇਆ ਸੀ, ਕਹਿੰਦਾ ਨਦੀਮ ਸਾਹਿਬ ਲੋਕੀ 4 ਕਰੋੜ ਦੀ ਪ੍ਰਾਡੋ ਫੋਰਚੂਨਰ ਤੋਂ ਨਹੀਂ ਪੁੱਛਦੇ ਕਿ ਆ ਕਿੱਥੋਂ ਲਈ ਹੈ ਤੇ ਆ ਟਰੈਕਟਰ ਨੂੰ ਖਿਲਾਰ ਕੇ ਪੁੱਛਦੇ ਆ ਟਰੈਕਟਰ ਕਿੱਥੋਂ ਨਵਾਂ ਲੈ ਕੇ ਆਇਆ। ਉਹ ਮੈਂ ਉਹਨਾਂ ਨੂੰ ਫਿਰ ਦੱਸਣਾ ਕਿ ਯਾਰ ਆ ਨਵਾਂ ਨਹੀਂ ਲਿਆਂਦਾ, ਆ ਬਰਕੀ ਰੋਡ ਤੋਂ ਨਵਾਂ ਕਰਵਾਇਆ। ਦੇਖੋ ਨਦੀਮ ਸਾਹਿਬ ਤੁਹਾਨੂੰ ਹੁਣ ਦੁਨੀਆ ਜਾਣਦੀ ਹੈ। ਬਸ ਜੀ ਅੱਲਾ ਦਾ ਕਰਮ ਹੈ। ਬੰਦਾ ਕੋਈ ਸ਼ੈ ਨਹੀਂ ਹੁੰਦਾ, ਬੰਦਾ ਕੁਛ ਨਹੀਂ ਹੈ, ਲੇਕਿਨ ਜਿਵੇਂ ਰੱਬ ਜਿਹਨੂੰ ਇੱਜ਼ਤ ਦੇਣਾ ਚਾਹੇ ਰੱਬ ਦਿੰਦਾ। ਇਹ 'ਚ ਬੰਦੇ ਦਾ ਕੋਈ ਕਮਾਲ ਨਹੀਂ ਹੈ। ਪਿੱਛੇ ਜਿਹੀ ਗਏ ਸ਼ਕਰਗੜ ਉਹ ਮੁੰਨਾ ਭਾਈ ਕੋ, ਉਹ ਕਹਿੰਦੇ ਜੀ ਨਦੀਮ ਸਾਹਿਬ ਤੁਹਾਡੇ ਬੜੇ ਫੈਨ ਨੇ। ਉਹ ਕਹਿੰਦੇ ਜੀ ਨਦੀਮ ਸਾਹਿਬ ਨੂੰ ਮੈਂ ਐਵੇਂ ਨਹੀਂ ਲਾਇਕ ਕਰਦਾ, ਉਹਦਾ ਕੋਸ਼ਿਸ਼ ਪਤਾ ਬਾਕੀ ਜੀ ਉਹ ਜਾਣਦੇ ਨੇ ਹਰ ਚੀਜ਼ ਨੂੰ, ਮਾਈਕਰੋ ਨੂੰ ਜਾਣਦੇ ਨੇ। ਬਸ ਜੀ ਆ ਉਹਨਾਂ ਦੀ ਮਿਹਰਬਾਨੀ ਜੀ। ਤੇ ਮਿਹਰਬਾਨੀ। ਨਦੀਮ ਸਾਹਿਬ ਹੁਣ ਆਪਣੇ ਕੋਲ ਇਸ ਟਾਈਮ ਕਿੰਨੇ ਟਰੈਕਟਰ ਤਿਆਰ ਹੋ ਗਏ ਨੇ ਤੇ ਕਿੰਨੇ ਹੁਣ ਤਿਆਰ ਹੋਣ ਵਾਲੇ ਆਏ ਨੇ? ਆ 2 ਟਰੈਕਟਰ ਤਿਆਰ ਹੋਏ ਖੜੇ ਹੈ ਜੀ ਜੀ। ਤੇ ਬਾਹਰ 3 ਟਰੈਕਟਰ ਹੋਰ ਆਏ ਆ ਤਿਆਰ ਹੋਣ ਵਾਸਤੇ। ਜੀ ਉਧਰ ਚਲੀਏ ਨਾਲ ਆ ਜਾਓ ਤੁਹਾਨੂੰ ਦਿਖਾ ਦਿੰਨੇ। ਇਹਨਾਂ ਦਾ ਪਹਿਲਾਂ ਥੋੜਾ ਜਿਹਾ ਦਿਖਾ ਦਿਓ ਜਿਹੜੀ ਆ ਜਾਓ ਥੋੜਾ ਜਿਹਾ ਪਿੱਛੇ ਵੀ ਦੇਖ ਲਓ, ਇਹਨੂੰ ਚੈੱਕ ਕਰ ਲਓ। ਹਾਂ ਥੋੜਾ ਜਿਹਾ ਆ ਦਿਖਾ ਦੇਖੋ ਦਿਓ। ਜ਼ਰਾ ਤੁਸੀਂ ਚੈੱਕ ਕਰੋ ਇਹਨੂੰ। ਏਰੀਆ ਜਿਹੜਾ ਹੈਗਾ ਨਾ ਉਹ ਤੁਹਾਨੂੰ ਦਿਖਾਉਂਦੇ ਆ। ਦੇਖੋ ਹਰ ਚੀਜ਼ ਆ ਸਾਈਡ ਤੋਂ ਤੁਸੀਂ ਹੋ ਕੇ ਦੇਖੋ, ਹਰ ਚੀਜ਼ ਤੁਹਾਨੂੰ ਆ ਨਵੀਂ ਨਜ਼ਰ ਆਏਗੀ। ਸਹੀ। ਇਧਰੋਂ ਵੀ ਬੈਕ ਸਾਈਡ ਤੋਂ ਆ ਰਿਮ ਮੇਰੇ ਪੁਰਾਣੇ ਹੀ ਆ। ਪੁਰਾਣੇ ਆ ਤਿਆਰ ਰਿਮ ਪੁਰਾਣੇ ਆ, ਉਹਨਾਂ ਨੂੰ ਵੀ ਰਗੜ ਕੇ ਸਾਫ਼ ਕੀਤਾ। ਐਕਸਲ ATS ਦੇ ਪਾਏ ਆ, ਕਾਬਲੇ ਸ਼ਾਬਲੇ ਹਰ ਚੀਜ਼ ਨਵੀਂ ਗਲੋਨਾਈਜ਼ਿੰਗ ਕੀਤੀ। ਟਾਇਰ ਭਾਈ ਪੈਂਥਰ ਵਾਲੇ ਟਾਇਰ ਪੈਂਥਰ ਦੇ ਪਾਏ ਆ। ਦੇਖੋ ਪਿੱਛੋਂ ਬੈਕ ਸਾਈਡ ਤੋਂ ਦੇਖੋ, ਹੁੱਕ ਵੀ ਉਹਨਾਂ ਦੀ ਪੁਰਾਣੀ ਹੈ, ਉਸੇ ਨੂੰ ਹੀ ਪੇਂਟ ਕੀਤਾ ਹੈ। ਔਰ ਆ ਸਾਰਾ ਪਿੱਛੋਂ ਟਰੈਕਟਰ ਤੁਸੀਂ ਦੇਖੋ ਤੁਹਾਨੂੰ ਨਵਾਂ ਨਜ਼ਰ ਆਏਗਾ। ਅੱਛਾ ਨਦੀਮ ਸਾਹਿਬ ਜਿਹੜਾ ਸਪੇਸਰ ਵਿੱਚ ਪਾਉਂਦੇ ਆ ਹਾਂਜੀ। 85 ਦੇ, ਉਹਦੇ ਨਾਲ ਕੀ ਟਰੈਕਟਰ ਨੂੰ ਫਰਕ ਜਰਾ ਪੈਂਦਾ ਟਰੈਕਟਰ ਵਾ? ਲੰਬਾ ਹੋ ਜਾਂਦਾ, ਅੱਗੋਂ ਉੱਠਦਾ ਨਹੀਂ, ਗ੍ਰਿਪ ਵੱਧ ਵੱਧ ਜਾਂਦੀ, ਬਸ ਹੋਰ ਕੁਝ ਵੀ ਨਹੀਂ। ਸਹੀ। ਉਹ ਯਾਨੀ ਕਿ ਅੱਗੇ ਵਜ਼ਨ ਦੀ ਬਜਾਏ ਟਰੈਕਟਰ ਹੀ ਲੰਬਾ ਹੋ ਗਿਆ, ਵਜ਼ਨ ਵੱਧ ਤੇ ਗਿਆ। ਅਗਰ ਆਮ ਨਵਾਂ 0 ਮੀਟਰ ਲੈ ਕੇ 85 ਉਹ ਚ ਸਪੇਸਰ ਪਾਉਣਾ ਹੋਵੇ? 80,000 ਰੁਪਏ ਦਾ ਹੀ ਖਰਚਾ ਲੈ ਰਿਹਾ। ਸਹੀ। ਸਪੇਸਰ ਸਾਰਾ ਕੁਝ ਸਪੇਸਰ ਵੀ ਉਹਦੇ ਵਿੱਚ ਸਪੇਸਰ ਹੁੰਦਾ ਹੈ, 2 ਸ਼ਾਫਟਾਂ ਹੁੰਦੀਆਂ, ਪਾਇਦਾਨ ਲੰਬੇ ਕਰੀਦੇ ਆ, ਫਿਟਿੰਗ ਹੁੰਦੀ ਹੈ, ਸਾਰਾ ਕੁਝ ਪਾ ਕੇ। ਯਾਨੀ ਕਿ ਤੁਹਾਡੇ ਕੋਲ ਟਰੈਕਟਰ ਲੈ ਆਵੇ ਤਾਂ 80,000 ਲੈ ਆਵੇ ਤੇ ਹਾਂ ਲੰਮਾ ਹੋ ਜਾਂਦਾ ਹੋ ਜਾਂਦਾ। ਇਹ 'ਚ ਦੇਖੋ ਪਾਇਆ, ਇਹਨਾਂ 'ਚ ਸਪੇਸਰ ਵੀ ਪਾਏ ਆ ਦੋਨਾਂ ਗੱਡੀਆਂ। 40 ਚ 20 ਪੈ ਜਾਏ, ਨਹੀਂ 40 ਦੀ ਸ਼ਾਫਟ ਉਹ 'ਚ ਫਰਕ ਹੈ। ਉਹ 85 75 60 ਚ ਪੈ ਜਾਏਗਾ। 80 ਅੱਛਾ 60 ਚ ਅਗਰ ਪਾਉਣਾ ਹੋਵੇ ਤਾਂ ਉਹਦਾ ਕਿੰਨਾ ਖਰਚਾ ਵਾ? ਇੰਨਾ ਹੀ ਖਰਚਾ, ਇੱਕੋ ਜਿੰਨਾ ਹੀ 260 ਚ ਪੈ ਜਾਏਗਾ? ਸੇਮ ਹੀ ਖਰਚਾ, ਠੀਕ। ਚੀਜ਼ਾਂ ਉਹੀ ਪੈਣੀਆਂ। ਆ ਦੂਸਰੀ ਸਾਈਡ ਤੇ ਤੁਹਾਨੂੰ ਉਹ ਵੀ ਟਰੈਕਟਰ ਖੋਲ ਕੇ ਤੁਹਾਨੂੰ ਦਿਖਾਉਂਦੇ ਆ। ਦੇਖੋ ਆ ਦੇਖੋ ਇਸ ਸਾਈਡ ਤੋਂ ਵੀ ਆ, ਤੁਸੀਂ ਟਰੈਕਟਰ ਦੇਖੋ। ਆ ਨੰਬਰ ਪਲੇਟ ਤੁਸੀਂ ਦੇਖ ਸਕਦੇ ਜੇ 2016। ਕਿਤੇ ਲੋਕ ਆ ਨਾ ਆਖਣ ਕਿ ਨਵਾਂ ਟਰੈਕਟਰ ਖੜਾ ਕਰਕੇ ਕਹਿ ਰਹੇ ਰੰਗ ਕੀਤਾ। ਲੋਕ ਆ ਵੀ ਕਹਿ ਸਕਦੇ ਨਾ, ਲਓ ਜੀ ਨਵਾਂ ਟਰੈਕਟਰ ਖੜਾ ਕਰਕੇ ਕਹਿ ਰਹੇ ਜੀ ਪੁਰਾਣਾ। ਏਸੀ ਪਤਰੀ ਤੋਂ ਹੀ ਪਛਾਣਿਆ ਜਾ ਸਕਦਾ, ਉਹ ਨਹੀਂ ਆ ਦੇਖੋ ਆ ਚੀਜ਼ਾਂ ਦੇਖੋ, ਅੱਛਾ ਇੱਕ ਚੀਜ਼ਾਂ ਪੇਂਟ ਇਹਨਾਂ ਨੇ ਨਦੀਮ ਸਾਹਿਬ ਇਹ ਡੀਜ਼ਲ ਪੰਪ ਉਹ ਵੀ ਕਰਵਾਏ ਜੇ ਕਿ ਪਹਿਲੇ ਹੀ ਆਓ? ਨਹੀਂ ਡੀਜ਼ਲ ਪੰਪ ਇਹਨਾਂ ਦਾ ਸਹੀ ਸੀ, ਸਹੀ। ਨੋਜ਼ਲਾਂ ਵਗੈਰਾ ਨੋਜ਼ਲਾ ਵਗੈਰਾ ਕਰਾਈ ਹੈ ਬਸ। ਸਹੀ ਕਰਾਈਆਂ ਕਿ ਨਵੀਆਂ ਪਾ ਦਿੱਤੀਆਂ? ਕਰਾਈ ਹੈ ਬਸ। ਸਹੀ ਸਹੀ। ਤੇ ਵਾਇਰਿੰਗ ਬੋਲਿੰਗ ਸਾਰੇ ਨਵੇਂ। ਸਾਰੀ ਵਾਇਰਿੰਗ ਸਾਰੀ ਆ ਦੇਖੋ ਨਾ, ਵਾਇਰਿੰਗ ਪੈਪ ਆ ਸ਼ਾਫਟਾਂ ਜਿਹੜਾ ਵੀ ਚੀਜ਼ ਹੈ ਜਿੰਨੀ ਆ ਸਾਰੀ ਆ ਗਲੋਨਾਈਜ਼ਿੰਗ ਵਾਲੇ ਪਾਈਪ ਆ ਸਾਰੇ ਨਵੇਂ ਪਾਈ ਦੇ। ਤੇ ਸਪੇਸਰ ਕਿਹੜਾ ਵਿੱਚ ਪਾਉਂਦੇ? ਸਪੇਸਰ ATS ਵਾਲਾ। ATS ਸਰ। ਸਪੇਸਰ ATS ਵਾਲਾ ਸ਼ਾਫਟਾਂ ਉਹਨਾਂ ਕੋ ATS ਦੀ ਜੇ ਕੰਪਨੀ ਕੋ ਮੰਗਵਾ ਕੇ ਕੰਪਨੀ ਕੋ ਮੰਗਵਾ ਕੇ। ਔਰ ਆ ਦੇਖੋ ਆ ਪਾਇਦਾਨ ਇੱਥੋਂ ਲੰਬਾ ਕੀਤਾ, ਤੁਸੀਂ ਦੇਖੋ ਤੁਹਾਨੂੰ ਨਜ਼ਰ ਆਏਗਾ ਲੰਬਾ ਹੋਇਆ। ਆ ਪਾਇਦਾਨ ਲੰਬੇ ਕੀਤੇ ਆ, ਜੋੜ ਨਜ਼ਰ ਹੀ ਨਹੀਂ ਆਉਂਦਾ। ਦੇਖੋ ਸਫਾਈ ਚੈੱਕ ਕਰੋ। ਔਰ ਫਿਰ ਪੇਂਟ ਤੇ ਤੁਸੀਂ ਪਾਇਦਾਨ ਦੇ ਉੱਤੇ ਹੱਥ ਮਾਰ ਕੇ ਦੇਖੋ, ਬਾਕੀ ਦੂਸਰੀ ਨਹੀਂ, ਇਹਨਾਂ ਚੀਜ਼ਾਂ ਤੇ ਹੱਥ ਮਾਰ ਕੇ ਦੇਖੋ, ਇਹਨਾਂ ਜਗ੍ਹਾ ਤੇ ਹੱਥ ਮਾਰ ਕੇ ਦੇਖੋ ਤੁਹਾਨੂੰ ਦਾਣਾ ਨਹੀਂ ਮਿਲੇਗਾ।
ਅੱਛਾ ਨਦੀਮ ਸਾਹਿਬ ਅਗਰ ਨਿਰਾ ਪੇਂਟ ਕਰਵਾਉਣਾ ਹੋਵੇ ਟਰੈਕਟਰ ਨੂੰ ਤਾਂ ਉਹਦਾ ਕਿੰਨਾ ਖਾਲੀ ਖਰਚਾ? ਪੇਂਟ ਦਾ ਉੱਤੇ ਜਿਹੜਾ ਹੈ ਨਾ ਤਕਰੀਬਨ ਲੱਖ ਰੁਪਇਆ ਪੇਂਟ ਦਾ ਖਰਚਾ ਆਉਂਦਾ ਠੀਕ ਤੇ 50000 ਰੁਪਇਆ ਗੱਡੀ ਨੂੰ ਖੋਲਣ ਜੋੜਨ ਦੀ ਮਜ਼ਦੂਰੀ ਹੁੰਦੀ ਕਿਉਂਕਿ ਸਾਰੀ ਗੱਡੀ ਖੋਲ ਕਿੱਲ ਕਾਬਲ ਯਾਨੀ ਕਿ 1.5 ਲੱਖ ਰੁਪਇਆ 1.5 ਲੱਖ ਹੋ ਗਿਆ 30,000 ਰੁਪਏ ਦਾ ਕਿੱਲ ਕਾਬਲਾ ਪੈ ਜਾਂਦਾ ਸਹੀ ਕਿੱਲ ਕਾਬਲਾ ਕੁਝ ਗਲੋਨਾਈਜ਼ਿੰਗ ਹੋ ਜਾਂਦਾ ਆ ਦੇਖੋ ਨਾ ਕਿੱਲ ਕਾਬਲੇ ਫਿਰ ਨਵੇਂ ਪਾਣੇ ਪੈਂਦੇ ਗੱਡੀ ਤਾਜ਼ੀ ਨਵੀਂ ਨਜ਼ਰ ਆਉਂਦੀ ਠੀਕ ਕੁਝ ਕਿੱਲ ਕਾਬਲੇ ਨਵੇਂ ਲਾਣੇ ਪੈਂਦੇ ਆ ਕੁਝ ਗਲੋਨਾਈਜ਼ਿੰਗ ਹੋ ਜਾਂਦੇ ਆ ਉਹ ਫਿਰ ਕਰਾ ਕੇ 1,80,000 ਸਟicker ਪਾ ਕੇ ਤਕਰੀਬਨ 2 ਲੱਖ ਰੁਪਇਆ ਲੱਗਦਾ ਗੱਡੀ ਤੇ ਰੰਗ ਕਰਨ ਤੇ ਸਹੀ ਲਓ ਜੀ ਦੋਸਤੋ ਅਗਰ ਕੋਈ ਚਾਹੁੰਦਾ ਜੀ ਬਿਲਕੁਲ ਕੰਪਨੀ ਵਗੈਰਾ ਕਲਰ ਕਰਵਾਉਣਾ ਇਹ ਚੀਜ਼ ਦੀ ਉਸ ਤੋਂ ਬਾਅਦ ਦੇ ਸਕਦਾ ਉਸ ਤੋਂ ਬਾਅਦ ਜਿਹੜੀ ਚੀਜ਼ ਪਏ ਉਹ ਲੈਦਾ ਉਹਦੇ ਪੈਸੇ ਆ ਠੀਕ। ਯਾਨੀ ਕਿ ਅਗਰ ਆ ਪੈਪ ਪੈਂਦੇ ਆ ਪੈਪ ਪੈਂਦੇ ਆ 에ਅਰ ਕਲੀਨਰ ਪੈਂਦਾ ਹੈ ਜਾਂ ਸ਼ੀਲਡ ਪੈਂਦੀ ਹੈ ਜਾਂ ਕੋਈ ਚੀਜ਼ ਪੈਂਦੀ ਹੈ ਉਹਨਾਂ ਦੇਖੋ ਨਾ ਜੈਕਾਂ ਦੇ ਆ ਪੈਪ ਆ ਨਵੇਂ ਪਾਏ ਮਾਸਟਰ ਸਿਲੰਡਰ ਨਵੇਂ ਪਾਏ ਹਰ ਚੀਜ਼ ਨਵੀਂ ਪਾਈ ਇਹਨਾਂ ਦੇ ਇੰਜਨ ਵਗੈਰਾ ਵੀ ਕੀਤੇ ਜੇ ਇਹਨਾਂ ਦੇ ਇੰਜਨ ਵੀ ਹੋਏ ਦੋਵਾਂ ਦੇ ਜੀ ਇਹਨਾਂ ਦੋਨਾਂ ਦੇ ਇੰਜਨ ਹੋਇਆ ਗੱਡੀਆਂ ਦੇ ਉੱਤੇ 10-10 ਲੱਖ ਰੁਪਈਆ ਲੱਗਾ ਸਹੀ ਟਾਇਰ ਪਾ ਕੇ 13 ਲੱਖ ਰੁਪਈਆ ਲੱਗਾ ਯਾਨੀ ਕਿ 13 ਲੱਖ ਰੁਪਇਆ ਲਾ ਕੇ 0 ਮੀਟਰ ਹੋਇਆ 13 ਲੱਖ ਰੁਪਈਆ ਇਹਨਾਂ ਗੱਡੀਆਂ ਤੇ ਆ ਗੱਡੀਆਂ ਦੀ ਹਾਲਤ ਬੜੀ ਮੱਠੀ ਸੀ ਉਹ ਕਸਟਮਰ ਨੇ ਕਿਹਾ ਜੀ ਮੈਨੂੰ ਸਟicker ਵੀ ਡੀਲੈਕਸ ਦਾ ਚਾਹੀਦਾ ਸਹੀ 50,000 ਦਾ ਸਟicker ਲਾਤਾ ਕੋਈ ਮੇਰਾ ਆ ਬਸ ਦੇਖੋ ਜੀ ਆ ਵੀ ਸਪੈਸ਼ਲ ਸਟicker ਲਾਇਆ ਕੋਈ ਨਹੀਂ ਅਗਰ ਕੋਈ ਜ਼ਿਮੀਂਦਾਰ ਚਾਹੁੰਦਾ ਕਿ ਬਿਲਕੁਲ ਕੰਪਨੀ ਨੂੰ ਵੀ ਹੈ ਦੇਖੋ ਜੋ ਕੰਪਨੀ ਦਾ ਉਹੀ ਸੇਮ ਉਹੀ ਕੀਤਾ ਅਸੀਂ ਕੋਈ ਵੱਧ ਤੇ ਨਹੀਂ ਕੀਤਾ ਜੋ ਕੰਪਨੀ ਦਾ ਉਹੀ ਕਰ ਦਿੱਤਾ ਤੇ ਭਾਈ ਕਲਰ ਮੂੰਹ ਕਲਰ ਦੀ ਕੁਆਲਿਟੀ ਜਿਹੜੀ ਹੈ ਨਾ ਉਹ ਤੁਸੀਂ ਹੱਥ ਲਾ ਕੇ ਦੇਖ ਸਕਦੇ ਜੀ ਕਲਰ ਦੀ ਕੁਆਲਿਟੀ ਤੁਹਾਨੂੰ ਔਰ ਫਿਰ ਇਹ ਦੂਸਰੀ ਚੀਜ਼ ਹੋਰ ਤੁਹਾਨੂੰ ਮਜ਼ੇਦਾਰੀ ਦੀ ਗੱਲ ਦੱਸਾਂ ਆ ਜਿਹੜੀ ਸ਼ੀਲਡਾਂ ਵੀ ਲੋਹੇ ਦੀ ਜੀ ਅੱਛਾ ਜੀ ਆ ਵੀ ਲੋਹਾ ਜੀ ਇਹ ਆਪ ਬਣਵਾਉਂਦੇ ਹੋ ਆ ਬਣਵਾਈ ਦੀ ਆ ਸ਼ੀਲਡਾਂ ਬਣਵਾਈ ਦੀ ਹੈ ਸ਼ੋਅ ਦੇ ਨਾਲ ਹੀ ਸਾਰੀਆਂ ਦੇਖੋ ਨਾ ਇੱਥੇ ਵੀ ਪੇਚਾਂ ਦੀ ਬਜਾਏ ਕਾਬਲੇ ਲਾਣੇ ਆ ਤਾਂ ਕਿ ਆ ਪੇਚ ਖੁੱਲੇ ਹੁੰਦੇ ਡਿੱਗੇ ਹੁੰਦੇ ਇਹ ਵੈਂਡਰ ਆਪਣਾ ਲੈਦਾ ਨਾ ਕਿਹਾ ਤੁਸੀਂ ਹਾਂ ਜੀ ਆ ਬੰਦਾ ਇੱਕ ਬਣਾਉਂਦਾ ਔਰ ਕੋ ਮੰਗਵਾਈ ਦੀ ਹੈ ਇਹ ਕੰਪਨੀ ਕਿਉਂ ਨਹੀਂ ਕੰਪਨੀ ਕਿ ਮਲਾਹ ਕੰਪਨੀ ਨਾਲੇ ਬੰਦੇ ਨੂੰ ਨਹੀਂ ਕੰਪਨੀ ਵਾਲੇ ਮੇਰੇ ਤੋਂ ਜ਼ਿਆਦਾ ਸਿਆਣੇ ਆ ਯਾਰ ਅੱਛਾ ਜੀ ਬਾਕੀ ਇਹ ਵੀ ਤੁਹਾਨੂੰ ਕਿਸੇ ਪਤੀ ਦਿਖਾ ਦਈਏ ਇਹ 17 ਮਾਡਲ ਹੈ ਜੀ ਆ 17 ਮਾਡਲ ਹੈ ਆ ਕੋਈ ਯਕੀਨ ਕਰੇ ਕਿ ਵਾਕਈ ਪੁਰਾਣਾ ਨਵਾਂ ਨਹੀਂ ਹੈਗਾ ਲੋਕੀ ਕਹਿੰਦੇ ਅਕਸਰ ਲੋਕ ਸਮਝਦੇ ਨਵਾਂ ਖਿਲਾਰ ਕੇ ਤੇ ਵੀਡੀਓ ਬਣਾਈ ਜਾਂਦੇ ਤੇ ਟਾਇਰ ਨੂੰ ਵੀ ਪੈਂਥਰ ਪਾਇਆ ਟਾਇਰ ਇਹਨੂੰ ਵੀ ਪੈਂਥਰ ਪਾਏ ਜੀ ਸਰ ਮੈਂ ਤਾਂ ਦੇਖੇ ਕਾਫੀ ਜ਼ਿਆਦਾ ਤੇ ਪੈਂਥਰ ਹੀ ਜ਼ਿਆਦਾ ਦੇਖੇ ਏਟੀਐਸ ਨੂੰ ਵੀ ਪੈਂਥਰ ਹੈ ਹਾਂ ਇਹਨੂੰ ਵੀ ਪੈਂਥਰ ਹੀ ਪਾਏ ਇਹ ਪੈਂਥਰ ਸੁਪਰੀਮ ਹੈ ਪੈਂਥਰ ਸੁਪਰੀਮ 16 ਪਲਾਈ ਵਾਲਾ ਬਾਕੀ ਇਹ ਦੀਪ ਸਾਹਿਬ ਕਿੰਨਾ ਖਰਚਾ ਆਇਆ ਦੋਵਾਂ ਟਰੈਕਟਰਾਂ ਇਹ ਤੇ 13 ਲੱਖ ਰੁਪਏ ਲੱਗ ਗਿਆ 13 ਲੱਖ ਰੁਪਏ ਕੀ ਟਰੈਕਟਰ ਹਾਂ ਫੀ ਟਰੈਕਟਰਾਂ ਦੀ ਹਾਲਤ ਬੜੀ ਮਾੜੀ ਸੀ ਅਸੀਂ ਟਰੈਕਟਰ 7-7 ਲੱਖ ਚ ਵੀ ਤਿਆਰ ਕੀਤੇ ਅੱਛਾ ਅੱਛਾ 7 ਲੱਖ ਚ ਵੀ ਟਰੈਕਟਰ ਤਿਆਰ ਹੋਇਆ ਜਿਹੜੇ ਟਾਇਰ ਨਹੀਂ ਪਏ ਇੰਜਨ ਨਹੀਂ ਹੋਇਆ 7-7 ਲੱਖ ਚ ਵੀ ਗੱਡੀਆਂ ਤਿਆਰ ਹੋਈ ਆ ਜਿਹੜੀ ਸ਼ੋਅ ਮਰਗਾੜ ਨਹੀਂ ਪਈ ਰਹੀ ਸ਼ੋਅ ਵੀ ਪਈ ਮਰਗਾੜ ਵੀ ਪਏ ਹੋਰ ਕਿੰਨਾ ਸਮਾਨ ਪਿਆ ਅਗਰ ਸਿਰਫ ਬੰਦੇ ਨੇ ਇੰਜਨ ਕਰਾਉਣਾ ਹੋਵੇ ਉਹਦਾ ਕਿੰਨਾ ਇੰਜਨ ਤੇ 2-2.5 ਲੱਖ ਰੁਪਏ ਖਰਚਾ 85 ਦਾ ਹਾਂ ਇੰਜਨ ਦਾ 2.5 ਲੱਖ ਰੁਪਏ ਦਾ 2 ਤੋਂ 2.5 2 ਵੀ ਆਂਦਾ 2.5 ਵੀ ਆਂਦਾ ਅਗਰ ਰੰਗ ਤੇ ਜੇ ਕਰੰਕ ਟੁੱਟੀ ਨਿਕਲ ਆਵੇ ਬਹੁਤਾ ਕਰੈਂਕ ਟੁੱਟੀ ਨਿਕਲ ਆਏ ਤੇ 80000 ਦੀ ਕਰੈਂਕੀ ਹੈ ਆ ਫਿਰ ਉਸ ਹਿਸਾਬ ਨਾਲ ਨਾ ਜਿੱਦਾਂ ਦਾ ਕੰਮ ਨਿਕਲੇ ਇੰਜਨ ਇੰਜਨ ਦੇ ਵਿੱਚ ਸਲੀਵਾ ਪਾਈ ਦੀ ਹੈ ਪਿਸਟਨ ਪਾਈ ਦੀ ਹੈ ਵਾਲ ਗਾਈਡ ਮੇਨ ਬਿਗਨ ਸੀਟਾਂ ਔਰ ਇਹ ਰਾੜਾ ਦੇ ਬੁਸ਼ ਉਹਦੀ ਸਾਰਾ ਜਿੰਨਾ ਮਸ਼ੀਨ ਵਰਕ ਹੈ ਸਾਰਾ ਕੁਝ ਜੈਨ ਕਿਟ ਗੈਸ ਕੱਟ ਇੰਜਨ ਆਇਲ ਮੋਬਲਾਈਲ ਹਰ ਚੀਜ਼ ਪਾ ਕੇ ਮੋਬਲਾਈਲ ਪਾ ਕੇ ਮਿੱਟੀ ਦਾ ਤੇਲ ਪਾ ਕੇ ਸਾਰਾ ਪਾ ਕੇ 2.5 ਲੱਖ ਤੱਕ ਹੋ ਜਾਂਦਾ ਕੰਪਲੀਟ ਮਜ਼ਦੂਰੀ ਵੀ ਮਸ਼ੀਨਿੰਗ ਵੀ ਹਰ ਚੀਜ਼ ਵਿੱਚ ਤੇ ਕਰੰਕ ਦਾ ਅਗਰ ਕਰੈਂਕ ਟੁੱਟੀ ਨਿਕਲਿਆ ਤੇ ਕਰੈਂਕ 80000 ਦੀ ਬਲੰਸਰ ਖਰਾਬ ਨਿਕਲਾ ਤੇ ਬਲੰਸਰ ਜਿਹੜਾ ਹੈ ਉਹ ਰਨਾਕ ਲੈਂਦੇ ਲੱਖ ਦਾ ਵੀ ਹੈਗਾ ਤੇ 50000 ਵਾਲਾ ਵੀ ਹੈਗਾ ਹਾਈਡ੍ਰੋਲਿਕ ਪੰਪ ਰਿਪੇਅਰ ਕਰ ਦਈਦੇ ਔਰ ਚੈਂਬਰਾਂ ਨਵੀਆਂ ਪਾ ਦਈਦੀ ਹੈ ਬਾਕੀ ਨਦੀਮ ਸਾਹਿਬ ਆਪਣਾ ਰਾਬਤਾ ਨੰਬਰ ਸ਼ੇਅਰ ਕਰ ਦਿਓ ਰਾਬਤਾ ਨੰਬਰ ਉਸ ਤੋਂ ਇਲਾਵਾ ਦੋਸਤੋ ਤੁਹਾਨੂੰ ਮੈਂ ਮਜ਼ੀਦ ਦੱਸਦਾ ਇੰਜਨ ਕਰਾਉਣ ਦਾ ਜੇ 2 ਲੱਖ ਰੁਪਏ ਦੱਸਿਆ 2 ਤੋਂ 2.5 2 ਤੋਂ 2.5 ਲੱਖ ਰੁਪਏ ਦਾ ਕਲਰ ਕਰਾਉਣ ਦਾ 2 ਲੱਖ ਰੁਪਈਆ ਜੀ ਹੂੰ ਤੇ ਉਸ ਤੋਂ ਇਲਾਵਾ ਜਿਹੜਾ ਜਿਹੜਾ ਵੀ ਅਗਲਾ ਹਿੱਸਾ ਹੋਏ ਗੇਅਰ ਹੋਏ ਪਿਛਲਾ ਹਿੱਸਾ ਹੋਏ ਜਿਹੜਾ ਕੰਮ ਹੋਏ ਹਰ ਚੀਜ਼ ਦੇ ਸਾਡੇ ਰੇਟ ਫਿਕਸ ਹੈ ਕੋਈ ਸਾਡੇ ਕੋਲ ਪੁੱਛੇ ਭਾਵੇਂ ਨਾ ਪੁੱਛੇ ਅਸੀਂ ਰੇਟ ਉਹੀ ਹੀ ਲਾਣੇ ਆ ਇੱਕ ਬੱਚਾ ਵੀ ਆ ਜਾਏ ਅਸੀਂ ਰੇਟ ਉਹ ਕੋਲ ਉਹੀ ਲਾਣੇ ਆ ਇੱਕ ਕਾਰੀਗਰ ਵੀ ਆਏ ਉਹ ਕੋਲ ਰੇਟ ਉਹੀ ਲਾਣੇ ਅਸੀਂ ਰੇਟ ਇੱਕ ਫਿਕਸ ਰੱਖੇ ਆ ਅਸੀਂ ਆਓ ਪੁੱਛੋ ਭਾਵੇਂ ਨਾ ਪੁੱਛੋ ਅਸੀਂ ਉਹੀ ਲਾਣਾ ਮਤਲਬ ਮਿਆਰ ਨੇ ਆਪਣਾ ਘਟਾਉਣਾ ਹਾਂ ਔਰ ਤੁਹਾਨੂੰ ਘੱਟ ਕੰਮ ਕਰਦੇ ਹੋ ਇੰਨੇ ਘੱਟ ਪੈਸੇ ਲੈ ਲਿਓ ਨਹੀਂ ਕੰਮ ਜਿਹੜਾ ਹੋਣ ਵਾਲਾ ਉਹ ਕਰਨਾ ਜਾਂ ਤੇ ਸਹੀ ਕਰਨਾ ਜਾਂ ਜਵਾਬ ਦੇ ਦੇਣਾ ਜਵਾਬ ਦੇ ਦੇਣਾ
ਜਾਂ ਤਾਂ ਸਹੀ ਕਰੋ ਜਾਂ ਉਹਨੂੰ ਕਹੀਦਾ ਫਿਰ ਭਾਈ ਹੋਰ ਕਿਸੇ ਸਸਤੇ ਕੋ ਕਰਾ ਲਾ। ਸਾਡੇ ਕੋ ਕਰਾਣਾ ਤੇ ਫਿਰ ਤੈਨੂੰ ਕਰਵਾਉਣਾ ਪਏਗਾ, ਨਹੀਂ ਤੇ ਫਿਰ ਹੋਰ ਕਿਸੇ ਕੋ ਕਰਾ ਲਾ। ਕੋਈ ਜ਼ਬਰਦਸਤੀ ਥੋੜੀ ਹੈ, ਇੱਕ ਬੰਦੇ ਕੋਲ ਪੈਸੇ ਹੀ ਨਹੀਂ ਤੇ ਉਹ ਫਿਰ ਨਹੀਂ ਕਰਵਾ ਸਕਦਾ ਤੇ ਫਿਰ ਉਹਨਾਂ ਜ਼ਬਰਦਸਤੀ ਥੋੜੀ ਕੋਈ ਆ। ਤੇ ਜੇ ਕੋਲ ਤੇ ਤਾਜ਼ੀ ਹੈ ਨਾ। ਬਾਕੀ ਦੀ ਅੱਜ ਕੱਲ ਹੈ ਟਾਈਮ ਅਗਰ ਕੋਈ ਬੰਦਾ ਤੁਹਾਨੂੰ ਹਜੇ ਤੇ ਫਿਲਹਾਲ 3 ਗੱਡੀ ਅੱਗੇ ਲਾਈਨ 'ਚ ਲੱਗੀ ਹੋਈ ਹੈ। 3 ਗੱਡੀ ਅੱਗੇ ਲਾਈਨ 'ਚ ਲੱਗੀ ਆਪਣਾ ਰਾਬਤਾ ਨੰਬਰ ਸ਼ੇਅਰ ਕਰੋ ਜੀ। 0321 ਜੀ ਜੀ 947206 ਨਦੀਮ ਬ੍ਰਦਰ ਆਟੋ ਇੰਜੀਨੀਅਰਿੰਗ, ਮੀਆਂ ਸਿੰਘ ਬਰਕੀ ਰੋਡ, ਲਾਹੌਰ, ਪਾਕਿਸਤਾਨ। ਓਕੇ।